ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ ਸਰੋਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ। ਜੀ ਆਇਆਂ ਨੂੰ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 25 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਿਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪਵਾਰ ਔਰੰਜਵੇਲ, ਸਰਬਜੀਤ ਸਿੰਘ ਯੂਬਾ ਸਿਟੀ, ਗੁਰਨੇਕ ਸਿੰਘ ਵਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਆਪਾਂ ਸਵੇਰੇ ਵੀ ਤੁਹਾਡੇ ਨਾਲ ਡਿਸਕਸ ਕੀਤਾ ਸੀ ਵੀ ਜਿਹੜੀ ਸੁਪਰੀਮ ਕੋਰਟ ਆ US ਦੀ, ਉਹਨਾਂ ਨੇ ਦੋ ਬਹੁਤ ਹੀ ਖਤਰਨਾਕ ਜਿਹੜੇ ਡਿਸੀਜਨ ਆ ਉਹ ਦਿੱਤੇ ਹੈਗੇ ਆ ਤੇ ਆਉਣ ਵਾਲੇ ਸਮੇਂ 'ਚ ਬਰਥਰਾਈਟ ਸਿਟੀਜ਼ਨਸ਼ਿਪ ਨੂੰ ਲੈ ਕੇ 4-5 ਹੋਰ ਜਿਹੜੇ ਡਿਸੀਜਨ ਆ ਉਹ ਉਹਨਾਂ ਨੇ ਬਹੁਤ ਥੋੜੇ ਸਮੇਂ 'ਚ ਦੇਣੇ ਹੈਗੇ ਆ। ਇਸ ਸਾਲ 'ਚ ਮੇ ਵੀ ਹੋ ਸਕਦਾ ਅਗਲੇ ਮਹੀਨੇ ਤੱਕ ਵੀ ਦੇ ਦੇਣ। ਇੱਕ ਤਾਂ ਇਹ ਸੀਗਾ ਵੀ ਜਿਹੜਾ TPS ਸਟੇਟਸ ਸੀਗਾ ਲੋਕਾਂ ਦਾ, ਸੀਰੀਆ ਦਾ ਜਾਂ ਸੋਮਾਲੀ, ਉਹ ਮੁਲਕਾਂ ਦੇ ਜਿੱਥੇ ਨੈਚੁਰਲ ਡਿਜ਼ਾਸਟਰ ਆਏ ਸੀ, ਉਹ ਜਿਸ ਤਰ੍ਹਾਂ ਟਰੰਪ ਐਡਮਿਨਿਸਟ੍ਰੇਸ਼ਨ ਕਹਿ ਰਿਹਾ ਵੀ ਖਤਮ ਹੋਣਾ ਤੇ ਖਤਮ ਹੋ ਸਕਦਾ ਹੈਗਾ ਆ। ਸੋ ਉਹ ਬਹੁਤ ਖਤਰਨਾਕ ਆ ਡਿਸੀਜਨ ਆ, ਜਿਹੜੇ ਲੱਖਾਂ ਦੇ ਹਿਸਾਬ ਨਾਲ ਲੋਕ ਹੈਗੇ ਆ TPS ਸਟੇਟਸ ਦੇ ਵਿੱਚ। ਸੋ ਉਹਨਾਂ ਨੂੰ ਜੋ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਡਿਪੋਰਟ ਕਰ ਸਕਦਾ ਜਾਂ ਮੁਲਕ ਦੇ ਵਿੱਚੋਂ ਕੱਢ ਸਕਦਾ ਹੈਗਾ, ਚਾਹੇ ਉਹ ਹੇਤੀ ਦੇ ਰਹਿਣ ਵਾਲੇ ਸੀ ਜਾਂ ਸੀਰੀਆ ਦੇ ਰਹਿਣ ਵਾਲੇ ਸੀ। ਕਹਿੰਦੇ ਵੀ ਟੈਂਪਰੇਰੀ ਸਟੇਟਸ ਆ, ਟਰੰਪ ਐਡਮਿਨਿਸਟ੍ਰੇਸ਼ਨ ਦਾ ਇਹੀ ਖਿਆਲ ਸੀ ਤੇ ਉਹ ਟੈਂਪਰੇਰੀ ਹੀ ਕਹਿੰਦੇ ਵੀ, ਟੈਂਪਰੇਰੀ ਦਾ ਮਤਲਬ ਹੁੰਦਾ ਹੀ ਟੈਂਪਰੇਰੀ ਆ। 3.5 ਲੱਖ ਹੇਸ਼ੀਅਨ ਤੇ 6,000 ਦੇ ਕਰੀਬ ਸੀਰੀਅਨ ਮੂਲ ਦੇ ਜਿਹੜੇ ਲੋਕ ਹੈਗੇ ਆ। ਸੋ ਉਹਨਾਂ ਦੇ ਉਹ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਦੇ ਹੱਕ ਦੇ ਵਿੱਚ ਫੈਸਲਾ ਦਿੱਤਾ ਹੈਗਾ ਆ। ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰੀਏ, ਸੁਪਰੀਮ ਕੋਰਟ ਦਾ ਅੱਜ ਇੱਕ ਹੋਰ ਫੈਸਲਾ ਰਾਉਂਡ ਅਪ ਜਿਹੜੀ ਸਪਰੇ ਆ ਉਸ ਨੂੰ ਲੈ ਕੇ ਆਇਆ ਆ। ਸੁਪਰੀਮ ਕੋਰਟ ਦੇ ਦੁਆਰਾ ਹਜ਼ਾਰਾਂ ਹੀ ਐਸੇ ਜਿਹੜੇ ਲਾਸੂਟਸ ਆ ਉਹਨਾਂ ਨੂੰ ਰੋਕ ਦਿੱਤਾ ਗਿਆ, ਬਲੌਕ ਕਰ ਦਿੱਤਾ ਗਿਆ, ਜਿਹਦੇ ਵਿੱਚ ਉਹਨਾਂ ਲੋਕਾਂ ਦਾ ਦਾਅਵਾ ਸੀਗਾ ਵੀ ਇਹ ਜਿਹੜੀ ਰਾਉਂਡ ਅਪ ਕੰਪਨੀ ਆ ਉਹਨਾਂ ਦੀਆਂ ਸਪਰੇਆਂ ਵਰਤਣ ਦੇ ਨਾਲ ਲੋਕਾਂ ਨੂੰ ਕੈਂਸਰ ਹੋਏ ਆ। ਇਹ ਹੇਠਲੀਆਂ ਅਦਾਲਤਾਂ ਨੇ ਕਈਆਂ ਨੇ ਰਾਉਂਡ ਅਪ ਦੇ ਉਲਟ ਬਹੁਤ ਵੱਡੇ ਜਿਹੜੇ ਨਿਊਕਲੀਅਰ ਫੈਸਲੇ ਵੀ ਸੁਣਾਏ ਆ, ਮਿਲੀਅਨਸ ਆਫ ਡਾਲਰ ਹਰਜਾਨੇ ਦੇ ਰੂਪ ਦੇ ਵਿੱਚ ਵੀ ਦਿੱਤਾ ਆ। ਇਹ ਪ੍ਰੋਡਕਟ ਲਾਇਬਿਲਿਟੀ ਲਾਸੂਟ ਆ। ਮੋਨਸੈਂਟੋ ਵਾਲੇ ਇਸ ਟਾਈਮ ਬਾਗੀਆਂ ਪਾਉਂਦੇ ਫਿਰਦੇ ਹੋਣੇ ਆ, ਪੱਟਾਂ ਦੇ ਥਾਪੀਆਂ ਮਾਰਦੇ ਫਿਰਦੇ ਹੋਣੇ ਆ ਵੀ ਹੁਣ ਉਹਨਾਂ ਦੇ ਪ੍ਰੋਡਕਟ ਵਰਤ ਕੇ ਜੇ ਕਿਸੇ ਕਿਸਾਨ ਨੂੰ, ਫਾਰਮਰ ਨੂੰ ਜਾਂ ਜਿਹੜਾ ਵੀ ਵਰਤਣ ਵਾਲਾ ਆ ਉਸ ਨੂੰ ਕੈਂਸਰ ਵੀ ਜੇ ਹੋ ਜਾਵੇ ਤਾਂ ਤੁਸੀਂ ਉਹਨਾਂ ਦੇ ਉਲਟ ਲਾਸੂਟ ਨਹੀਂ ਕਰ ਸਕਦੇ। ਉਸ ਦੇ ਵਿੱਚ ਕਾਫੀ ਔਖਿਆਈ ਇਸ ਦੇ ਵਿੱਚ ਕਰ ਦਿੱਤੀ ਗਈ ਆ। 2 ਦੇ ਮੁਕਾਬਲੇ 7 ਜਿਹੜੇ ਜਸਟਿਸਿਸ ਆ ਉਹਨਾਂ ਨੇ ਇਹ ਜਿਹੜੀ ਰੂਲਿੰਗ ਆ ਉਹ ਦਿੱਤੀ। ਉਹਨਾਂ ਨੇ ਕਿਹਾ ਵੀ ਜਿਹੜਾ ਫੈਡਰਲ ਲਾ ਆ ਪ੍ਰੀਐਮਪਟ ਕਰਦਾ ਆ ਕੈਂਸਰ ਵਿਕਟਮਸ ਨੂੰ ਸੂ ਕਰਨ ਦੇ ਲਈ ਮੋਨਸੈਂਟੋ ਨੂੰ ਸਟੇਟ ਕੋਰਟਸ ਜਿਹੜੇ ਆ ਵੀ ਇਸ ਦੇ ਵਿੱਚ, ਜਿਹਦੇ ਨਾਲ ਕੈਂਸਰ ਵਾਰਨਿੰਗ ਲੱਗੀ ਜਿਹੜੀ ਉਹ ਹੁੰਦੀ ਆ। ਸੋ ਜਸਟਿਸ ਜਿਹੜੇ ਬ੍ਰੈਟ ਕੈਵਨਾ ਆ ਉਹਨਾਂ ਨੇ ਮੈਜੋਰਟੀ ਦੇ ਲਈ ਇਹ ਜਿਹੜਾ ਡਿਸੀਜਨ ਆ, ਓਪੀਨੀਅਨ ਆ, ਇਸ ਵਿੱਚ ਲਿਖਿਆ ਹੈਗਾ ਆ। ਤੇ ਰਾਉਂਡ ਅਪ ਦਾ ਜਿਹੜਾ ਐਕਟਿਵ ਇੰਗਰੀਡੀਐਂਟ ਆ ਗਲਾਈਫੋਸੇਟ, ਉਹਦੇ ਬਾਰੇ ਜਿਹੜੀ ਇਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ ਆ ਉਹ ਮੇਨਟੇਨ ਜਿਹੜੀ ਕਰਦੀ ਆ ਵੀ ਇਹਦੇ ਨਾਲ ਕੈਂਸਰ ਦਾ ਰਿਸਕ ਨਹੀਂ ਹੈਗਾ ਤੇ ਮੋਨਸੈਂਟੋ ਲੀਗਲੀ ਰਿਕੁਆਇਰਡ ਨੇ EPA ਦੀ ਅਪਰੂਵਲ ਲੇਬਲਿੰਗ ਆ ਉਸ ਨੂੰ ਜਿਹੜਾ ਉਹ ਲੈ ਕੇ ਤੇ ਹੁਣ ਐਕਸਕਲੂਡ ਕਰ ਸਕਦੇ ਨੇ ਕੈਂਸਰ ਵਾਰਨਿੰਗ ਨੂੰ। ਡਿਸੈਂਟ ਜਿਹੜੇ 2 ਜਿਹੜੇ ਜਸਟਿਸ ਆ, ਇੱਕ ਲਿਬਰਲ ਜਸਟਿਸ ਕੇਤਨਜੀ ਬਰਾਊਨ ਜੈਕਸਨ ਤੇ ਜਿਹੜੀ ਕੰਜ਼ਰਵੇਟਿਵ ਜਿਹੜੇ ਜਸਟਿਸ ਨੀਲ ਗੌਰਸਚ, ਉਹਨਾਂ ਨੇ ਡਿਸੈਂਟ ਜਿਹੜਾ ਉਹ ਕੀਤਾ। ਕਹਿੰਦੇ ਵੀ ਇਹ ਡਿਸੀਜਨ ਦੇ ਨਾਲ ਜਿਹੜੇ ਇੱਕ ਹਿਸਾਬ ਦੇ ਨਾਲ ਅਦਾਲਤਾਂ ਦਾ ਦਰਵਾਜ਼ਾ ਹੀ ਇਹਨਾਂ ਲੋਕਾਂ ਦੇ ਲਈ ਬੰਦ ਕਰ ਦਿੱਤਾ ਗਿਆ ਆ ਤੇ ਇਹਦੇ ਨਾਲ ਜਿਹੜੇ ਪਲੈਂਟਿਫ ਆ ਉਹ ਕਿਹੜੇ ਪਾਸੇ
ਜਿਹੜੇ ਉਹ ਜਾਣਗੇ। ਮਜ਼ੂਰੀ ਦਾ ਜਿਹੜਾ ਇੱਕ ਬੰਦਾ ਜਿਸ ਨੂੰ ਪਹਿਲਾਂ $1.25 ਮਿਲੀਅਨ ਸਟੇਟ ਦੀ ਜਿਊਰੀ ਨੇ ਅਵਾਰਡ ਕੀਤਾ ਸੀਗਾ ਵੀ ਇਸ ਹਰਬਸਾਈਡ ਵਰਤਣ ਦੇ ਨਾਲ ਨਾਨ ਹੌਜਕਿਨ ਲਿੰਫੋਮਾ ਉਸ ਨੂੰ ਇਹ ਜਿਹੜੀ ਇੱਕ ਕੈਂਸਰ ਦਾ ਇੱਕ ਰੂਪ ਆ ਉਹ ਹੋਇਆ ਆ। ਸੋ ਇਹ ਡਿਸੀਜਨ ਦੇ ਨਾਲ ਕਹਿੰਦੇ ਵੀ ਟੈਨਸ ਆਫ ਥਾਊਜ਼ੈਂਡਸ ਜਿਹੜੇ ਇਸ ਟਾਈਮ ਐਕਟਿਵ ਲਾਸੂਟ ਚੱਲ ਰਹੇ ਆ, ਜਿਹੜੀ ਬਾਇਰ ਕੰਪਨੀ ਆ ਉਹਨਾਂ ਦੇ ਉੱਤੇ, ਜਿਨ੍ਹਾਂ ਨੇ $11 ਬਿਲੀਅਨ ਹਰਜੋਤ ਸਿੰਘ ਜੀ ਅਜਿਹੇ ਕੈਂਸਰ ਕਾਜ਼ਿੰਗ ਪ੍ਰੋਬਲਮਸ ਦੇ ਕਰਕੇ ਹੁਣ ਤੱਕ ਸੈਟਲਮੈਂਟਸ ਦੇ ਵਿੱਚ ਦਿੱਤੇ ਆ। ਗਲਾਈਫੋਸੇਟ ਬੇਸਡ ਜਿਹੜੀ ਰਾਉਂਡ ਅਪ ਆ ਉਸ ਨੂੰ ਜਿਹੜਾ ਉਹ ਲੈ ਕੇ, ਸੋ ਉਹਨਾਂ ਦੇ ਉੱਤੇ ਹੁਣ ਮੁੜ ਦੁਬਾਰਾ ਹਰਜੋਤ ਸਿੰਘ ਜੀ ਇਹ ਕਾਫੀ ਔਖਾ ਹੋ ਜਾਊਗਾ ਕੈਂਸਰ ਵਾਲੇ ਤੇ ਇੱਕ ਹਿਸਾਬ ਦੇ ਨਾਲ ਪ੍ਰੋਡਕਟ ਲਾਇਬਿਲਿਟੀ ਲਾਸੂਟ ਕਰਨ ਦੇ ਲਈ ਹਜ਼ਾਰਾਂ ਹੀ ਕੇਸਾਂ ਦੇ ਉੱਤੇ ਇਸ ਦਾ ਬਹੁਤ ਵੱਡਾ ਜਿਹੜਾ ਉਹ ਅਸਰ ਆ ਉਹ ਪੈਣ ਜਾ ਰਿਹਾ ਆ। ਇਹ ਮਾਮਲਾ ਉਦਾਂ ਜੌਨ ਡਰਨਲ ਦਾ ਸੀ ਜਿਸ ਨੇ ਮਨਸੈਂਟੋ ਦੇ ਉਲਟ ਮਜ਼ੂਰੀ ਦੇ ਸਟੇਟ ਕੋਰਟ ਦੇ ਵਿੱਚ 2019 ਚ ਲਾਸੂਟ ਜਿਹੜਾ ਉਹ ਕੀਤਾ ਸੀਗਾ। ਉਹਨੇ ਇਹ ਵੀ ਘਰ ਦੇ ਇਰਦ ਗਿਰਦ ਪਾਰਕਸ ਨੂੰ ਬਿਊਟੀਫਾਈ ਦੇ ਲਈ ਇਹ ਜਿਹੜਾ ਰਾਉਂਡ ਅਪ 2 ਦਹਾਕੇ ਤੱਕ ਵਰਤਦਾ ਰਿਹਾ, ਜਿਹਦੇ ਕਰਕੇ ਇਸ ਨੂੰ ਇਹ ਜਿਹੜਾ ਬਲੱਡ ਕੈਂਸਰ ਆ ਨਾਨ ਹੌਜਕਿਨ ਲਿੰਫੋਮਾ ਉਹ ਹੋਇਆ ਆ। ਤੇ ਉਸ ਟਾਈਮ ਦੇ ਉੱਤੇ ਬਾਇਰ ਹੁਣ ਜਿਹੜੀ ਬਾਇਰ ਕੰਪਨੀ ਆ ਉਹ ਇਸ ਨੂੰ ਕਰਦੀ ਆ ਤੇ ਉਹਨਾਂ ਨੇ ਕਿਹਾ ਵੀ ਵੀਡ ਕਿਲਰ ਦਾ ਤੇ ਕੈਂਸਰ ਦਾ ਆਪਸ ਦੇ ਵਿੱਚ ਕੋਈ ਸੰਬੰਧ ਨਹੀਂ ਆ। ਸੁਪਰੀਮ ਕੋਰਟ ਨੇ ਇੱਕ ਵੱਡੀ ਕੰਪਨੀ ਨੂੰ ਇਸ ਕਹਿ ਲਓ ਵੀ ਚੀਜ਼ ਤੋਂ ਲਾਇਬਿਲਿਟੀ ਤੋਂ ਜਿਹੜਾ ਉਹ ਬਚਾ ਲਿਆ ਹੈਗਾ। ਜਿਸ ਤਰ੍ਹਾਂ ਮੈਂ ਪਹਿਲੀ ਖਬਰ ਸਾਂਝੀ ਕੀਤੀ ਸੀ, ਸੁਪਰੀਮ ਕੋਰਟ ਦੇ 2 ਜਿਹੜੇ ਬਹੁਤ ਖਤਰਨਾਕ ਡਿਸੀਜਨ ਆਏ ਆ। ਇੱਕ ਤਾਂ TPS ਸਟੇਟਸ ਖਤਮ ਕਰਨ ਨੂੰ, ਦੂਜਾ ਜਿਹੜਾ ਪੋਲੀਟੀਕਲ ਅਸਾਈਲਮ ਨੂੰ। ਜੋ ਪਹਿਲੇ ਐਡਮਿਨਿਸਟ੍ਰੇਸ਼ਨ ਸੀ ਉਹਨਾਂ ਨੇ ਇਹ ਕਿਹਾ ਸੀ ਵੀ ਜੇ ਮੈਕਸੀਕੋ ਦੇ ਬਾਰਡਰ ਦੇ ਉੱਤੇ ਆ ਕੇ ਉਹਨਾਂ ਮੁਲਕਾਂ ਦੇ ਲੋਕ ਜਿਹੜਾ ਪੋਲੀਟੀਕਲ ਅਸਾਈਲਮ USA ਦੇ ਵਿੱਚ ਅਪਲਾਈ ਕਰ ਸਕਦੇ ਹੈਗੇ ਆ। ਸੋ ਸੁਪਰੀਮ ਕੋਰਟ ਨੇ ਇਹ ਕਿਹਾ ਵੀ ਨਹੀਂ, ਉਹ USA ਦੇ ਵਿੱਚ ਐਂਟਰ ਨਹੀਂ ਹੋਏ। ਜਦੋਂ ਤੱਕ ਤੁਸੀਂ USA ਦੇ ਅੰਦਰ ਐਂਟਰ ਨਹੀਂ ਹੋਏ ਤੇ ਤੁਸੀਂ ਪੋਲੀਟੀਕਲ ਅਸਾਈਲਮ ਨਹੀਂ ਅਪਲਾਈ ਕਰ ਸਕਦੇ। ਸੋ ਹੁਣ ਜਿਹੜਾ ਵੀ ਬੰਦਾ ਅਮਰੀਕਾ ਦੇ ਵਿੱਚ ਐਂਟਰ ਹੋਊਗਾ ਉਹ ਹੀ ਪੋਲੀਟੀਕਲ ਅਸਾਈਲਮ ਅਪਲਾਈ ਕਰ ਸਕਦਾ, ਬਾਹਰੋਂ ਜਿਹੜਾ ਬਾਰਡਰ ਤੋਂ ਕੋਈ ਨਹੀਂ ਕਰ ਸਕਦਾ ਹੈਗਾ। ਇਹ ਸੁਪਰੀਮ ਕੋਰਟ ਨੇ ਜਿਹੜਾ ਡਿਸੀਜਨ ਦੇ ਦਿੱਤਾ ਹੈਗਾ। ਸੋ ਇਹ ਹਰਜੋਤ ਸਿੰਘ ਜੀ ਜੇ ਆਪਾਂ ਕਹੀਏ ਤਾਂ ਆਈ ਥਿੰਕ ਕੈਚ 22 ਇੱਕ ਹਿਸਾਬ ਦੇ ਨਾਲ ਬਣ ਗਿਆ। ਜੇ ਤੁਸੀਂ ਬਾਰਡਰ ਟੱਪਦੇ ਆ ਉਹ ਇਲੀਗਲ ਆ, ਉਸ ਆਧਾਰ ਦੇ ਉੱਤੇ ਤੁਸੀਂ ਉਹ ਅਸਾਈਲਮ ਨਹੀਂ ਕਰ ਸਕਦੇ। ਜੇ ਤੁਸੀਂ ਬਾਰਡਰ ਤੇ ਆ ਕੇ ਮੰਗ ਕਰਦੇ ਆ ਤੁਸੀਂ ਉਹਦੇ ਉੱਤੇ ਵੀ ਨਹੀਂ ਕਰ ਸਕਦੇ। ਸੋ ਜੇ ਦੇਖਿਆ ਜਾਵੇ ਤਾਂ ਇਹ ਇੱਕ ਕੋਸ਼ਿਸ਼ ਜਿਹੜੀ ਇਸ ਟਾਈਮ ਇਮੀਗ੍ਰੇਸ਼ਨ ਕ੍ਰੈਕਡਾਊਨ, ਇਲੀਗਲ ਇਮੀਗ੍ਰੇਸ਼ਨ ਕ੍ਰੈਕਡਾਊਨ ਨੂੰ ਲੈ ਕੇ ਇਹ ਇੱਕ ਵੱਡਾ ਜਿਹੜਾ ਫੈਸਲਾ ਜਿਸ ਦੇ ਨਾਲ ਅਸਾਈਲਮ ਕੌਣ ਅਪਲਾਈ ਕਰ ਸਕਦਾ ਕੌਣ ਨਹੀਂ ਅਪਲਾਈ ਕਰ ਸਕਦਾ ਉਸ ਦੇ ਉੱਤੇ ਬਹੁਤ ਵੱਡਾ ਜਿਹੜਾ ਉਹ ਸੁਪਰੀਮ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਚ ਪ੍ਰਭਾਵ ਪੈ ਸਕਦਾ ਆ। ਜੀ, ਅਗਲੀ ਖਬਰ ਵੱਲ ਚਲੀਏ। ਅੱਜ ਈਰਾਨ ਨੇ ਇੱਕ ਹੋਰ ਕਾਰਗੋ ਸ਼ਿਪ ਨੂੰ ਅਟੈਕ ਕੀਤਾ ਹੈਗਾ ਜਿਹੜਾ ਕਿ ਸਿੰਗਾਪੁਰ ਮੁਲਕ ਨੂੰ ਬਿਲੋਂਗ ਕਰਦਾ ਹੈਗਾ। ਹਾਲਾਂਕਿ ਜਿਹੜੀ ਪੀਸ ਡੀਲ ਹੋ ਚੁੱਕੀ ਹੈਗੀ ਆ ਟਰੰਪ ਐਡਮਿਨਿਸਟ੍ਰੇਸ਼ਨ ਤੇ ਈਰਾਨ ਦੇ ਵਿਚਾਲੇ, ਪਰ ਈਰਾਨ ਵਾਲੇ ਇਹ ਕਹਿ ਰਹੇ ਆ ਕਿਉਂਕਿ ਇਜ਼ਰਾਈਲ ਵਿੱਚ ਲਗਾਤਾਰ ਇਜ਼ਰਾਈਲ ਵਾਲੇ ਲੈਬਨਾਨ ਦੇ ਉੱਤੇ ਅਟੈਕ ਕਰ ਰਹੇ ਆ ਤੇ ਇਸ ਸੰਬੰਧ ਦੇ ਵਿੱਚ ਈਰਾਨ ਦੀ ਜਿਹੜੀ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕਾਰਪਸ ਆ ਉਹਨਾਂ ਨੇ ਸਿੰਗਾਪੁਰ ਫਲੈਗਡ ਜਿਹੜਾ ਕਾਰਗੋ ਸ਼ਿਪ ਆ ਜੋ ਸਟੇਟ ਆਫ ਹਾਰਮੋਜ਼ ਦੇ ਵਿੱਚ ਪਹਿਲਾਂ ਉਸ ਨੂੰ ਵਾਰਨਿੰਗ ਦਿੱਤੀ ਤੇ ਤੁਸੀਂ ਤੋਂ ਲੰਘ ਨਹੀਂ ਸਕਦੇ, ਬਾਅਦ ਦੇ ਵਿੱਚ ਡਰੋਨ ਦੇ ਨਾਲ ਉੱਥੇ ਅਟੈਕ ਕਰ ਦਿੱਤਾ। ਇਹ 2 ਸੀਨੀਅਰ US ਦੇ ਜਿਹੜੇ ਆਫੀਸ਼ੀਅਲਸ ਆ ਉਹਨਾਂ ਨੇ ਇਹ ਦੱਸਿਆ ਹੈਗਾ। ਕਹਿੰਦੇ ਵੀ ਜੋ ਡਰੋਨ ਸੀ ਉਹ ਵੈਸਟ ਸਾਈਡ ਜੋ ਸ਼ਿਪ ਆ ਉਹਦੇ ਉੱਤੇ ਲੱਗਾ ਜਦੋਂ ਤੇ ਉਹਦੇ ਨਾਲ ਕਾਫੀ ਜ਼ਿਆਦਾ ਜਿਹੜਾ ਸ਼ਿਪ ਦਾ ਨੁਕਸਾਨ ਹੋ ਗਿਆ। ਸ਼ਿਪ ਦਾ ਜਿਹੜਾ ਬ੍ਰਿਜ ਹੁੰਦਾ ਆ ਉੱਥੇ ਇਹ ਜਿਹੜੇ ਡਰੋਨ ਆ ਉਹਦੇ ਨਾਲ ਹਿੱਟ ਕੀਤਾ ਗਿਆ। UK ਮੈਰੀਟਾਈਮ ਟ੍ਰੇਡ ਆਪਰੇਸ਼ਨਸ ਨੇ ਇਹ ਦੱਸਿਆ। ਲੱਕਲੀ ਕਿਸੇ ਦਾ ਕੋਈ ਜਿਹੜਾ ਜਾਨੀ ਨੁਕਸਾਨ ਆ ਉਹ ਨਹੀਂ ਹੋਇਆ, ਪਰ ਸ਼ਿਪ ਦੇ ਉੱਤੇ ਜਿਹੜਾ ਅਟੈਕ ਕੀਤਾ ਤੇ ਸ਼ਿਪ ਉੱਥੋਂ ਅੱਗੇ ਨਹੀਂ ਜਾ ਸਕਿਆ। ਹਾਲਾਂਕਿ 60 ਦਿਨਾਂ ਦੀ ਜਿਹੜੀ ਡੀਲ ਆ ਉਹਦੇ ਵਿੱਚ ਇਹੀ ਕਿਹਾ ਗਿਆ ਸੀ ਵੀ ਸਟੇਟ ਆਫ ਹਾਰਮੋਜ਼ ਨੂੰ ਓਪਨ ਕੀਤਾ ਜਾਊਗਾ, ਕਿਸੇ ਤਰ੍ਹਾਂ ਦਾ ਉੱਥੇ ਟੋਲ ਵਗੈਰਾ ਜਿਹੜਾ ਨਹੀਂ ਲਾਇਆ ਜਾਊਗਾ। ਸੋ ਇਹ ਦੇਖਦੇ ਆ ਵੀ ਹੁਣ ਇਹ ਜਿਹੜੀ ਡੀਲ ਬਣੀ ਹੈਗੀ ਆ ਇਹ ਸਿਰੇ ਚੜ੍ਹਦੀ ਆ ਜਾਂ ਨਹੀਂ। ਬਿਲਕੁਲ। ਸੋ ਇਹ ਡਾਵਾਡੋਲ ਹੀ ਆ ਜਿਹੜੀ ਸਿਚੁਏਸ਼ਨ, ਕਿਉਂਕਿ ਜੇ ਈਰਾਨ ਵਾਲਿਆਂ ਨੇ ਹਮਲਾ ਕਰਤਾ ਉਧਰ ਇਜ਼ਰਾਈਲ ਵਾਲੇ ਨਹੀਂ ਮੰਨਣ ਤੇ ਤਾਂ ਅੱਗੇ ਕੀ ਬਣੂਗਾ। 30 ਤਰੀਕ ਨੂੰ ਅਗਲੀ ਜਿਹੜੀ ਮੁਲਾਕਾਤ ਸ਼ਾਇਦ ਮਿੱਥੀ ਗਈ ਹੈ ਹਰਜੋਤ ਸਿੰਘ ਜੀ ਈਰਾਨ ਤੇ US ਦੇ ਦਰਮਿਆਨ ਜਿਹੜੀ MOU ਤੋਂ ਬਾਅਦ ਚ ਜਿਹੜੀ ਸਵਿਟਜ਼ਰਲੈਂਡ ਦੇ ਵਿੱਚ ਹੋਈ ਮੀਟਿੰਗ ਆ ਉਸ ਤੋਂ ਬਾਅਦ। ਸੋ ਦੇਖਦੇ ਆ ਉਦੋਂ ਤੱਕ ਕੀ ਹੋਰ ਸਿਚੁਏਸ਼ਨ ਅਦਲ ਬਦਲ ਹੁੰਦੀ ਆ। ਜ਼ੋਹਰਾਨ ਮਮਦਾਨੀ ਜਿਹੜਾ ਨਿਊਯਾਰਕ ਸਿਟੀ ਦਾ ਨਵਾਂ ਬਣਿਆ ਮੇਅਰ ਆ
ਉਸਨੇ ਕਹਿੰਦੇ ਵੀ ਆਪਣਾ ਇਹ ਪਹਿਲਾ ਜਿਹੜਾ ਕੈਂਪੇਨ ਪ੍ਰੋਮਿਸ ਆ ਉਸ ਨੂੰ ਪੂਰੀਆਂ ਕਰਨ ਦੀ ਕੋਸ਼ਿਸ਼ ਕੀਤੀ ਆ। ਅੱਜ ਕਈ ਲੱਖ ਲੋਕ ਖੁਸ਼ ਹੋਣਗੇ ਤੇ ਕਈ 100 ਜਾਂ ਕਈ ਹਜ਼ਾਰ ਲੋਕ ਦੁਖੀ ਹੋਣਗੇ, ਕਿਉਂਕਿ ਉੱਥੋਂ ਦੀ ਸਿਟੀ ਬੋਰਡ ਨੇ ਅੱਜ ਵੋਟ ਕਰ ਦਿੱਤਾ ਵੀ 2 ਸਾਲ ਤੱਕ ਜਿਹੜੇ ਰੈਂਟ ਸਟੇਬਲਾਈਜ਼ਡ ਅਪਾਰਟਮੈਂਟ ਆ, ਜਿਸ ਦੇ ਵਿੱਚ ਤਕਰੀਬਨ 1 ਮਿਲੀਅਨ 10 ਲੱਖ ਜਿਹੜੇ ਅਪਾਰਟਮੈਂਟ ਬਣਦੇ ਆ, ਉਹਨਾਂ ਦਾ ਰੈਂਟ 2 ਸਾਲ ਤੱਕ ਤੁਸੀਂ ਨਹੀਂ ਵਧਾ ਸਕਦੇ। ਸੋ ਉੱਥੋਂ ਦੀ ਰੀਅਲ ਸਟੇਟ ਇੰਡਸਟਰੀ ਆ ਉਸ ਦੇ ਵਿੱਚ ਨਾਲ ਪੂਰੀ ਤਰ੍ਹਾਂ ਹਿਲਜੁਲ ਜਿਹੜੀ ਉਹ ਹੋ ਗਈ ਆ। ਕਈ ਮਹੀਨਿਆਂ ਦੀ ਹੀਅਰਿੰਗਸ ਜਿਹੜੀ ਹਰਜੋਤ ਸਿੰਘ ਜੀ ਇਸ ਦੀਆਂ ਹੋਈਆਂ, ਪਬਲਿਕ ਤੇ ਐਕਸਪਰਟ ਟੈਸਟੀਮੋਨੀਜ਼ ਜਿਹੜੀਆਂ ਇਸ ਦੇ ਵਿੱਚ ਹੋਈਆਂ, ਰੈਂਟ ਗਾਈਡਲਾਈਨ ਬੋਰਡ ਉਹਨਾਂ ਨੇ ਇਹ ਜਿਹੜਾ ਡਿਸੀਜਨ ਆ ਅੱਜ ਇਹ ਜਿਹੜਾ ਉਹ ਸੁਣਾਇਆ। ਇੱਕ ਦੇ ਮੁਕਾਬਲੇ 7 ਜਾਣਿਆਂ ਨੇ ਇਸ ਬੋਰਡ ਦੇ ਵਿੱਚ ਇਸ ਹੱਕ ਦੇ ਵਿੱਚ ਵੋਟ ਜਿਹੜੀ ਉਹ ਪਾਈ ਵੀ 2 ਸਾਲ ਤੱਕ ਅਪ ਟੂ 2 ਇਅਰਸ 1 ਮਿਲੀਅਨ ਜਿਹੜੇ ਰੈਂਟ ਸਟੇਬਲਾਈਜ਼ਡ ਅਪਾਰਟਮੈਂਟ ਆ ਉਹਨਾਂ ਦੇ ਰੈਂਟ ਆ ਉਹ ਫਰੀਜ਼ ਕਰ ਦਿੱਤੇ ਗਏ, ਉਹ ਨਹੀਂ ਵਧਣਗੇ। ਕਹਿੰਦੇ ਵੀ ਇਹ ਅਪਲਾਈ ਹੋਊਗਾ ਜਿਨ੍ਹਾਂ ਦੀ 1 ਜਾਂ 2 ਸਾਲ ਦੀ ਲੀਜ਼ਸ ਚੱਲ ਰਹੀਆਂ ਹੈਗੀਆਂ ਆ। ਸੋ ਡਿਸੀਜਨ ਕਹਿੰਦੇ ਵੀ ਇਹ ਕੈਪ ਕਰਦਾ ਆ ਤਕਰੀਬਨ ਨਿਊਯਾਰਕ ਦੀ ਹਾਊਸਿੰਗ ਸਟਾਕ ਦਾ 40% ਲੋਕਾਂ ਦੇ ਉੱਤੇ ਇਸ ਦਾ ਜਿਹੜਾ ਉਹ ਸਿੱਧਾ ਅਸਰ ਪਊਗਾ। ਜਨਰਲੀ ਜਿਹੜੀਆਂ ਅਪਾਰਟਮੈਂਟ ਬਿਲਡਿੰਗਸ ਆ ਇਹ ਜਦੋਂ ਬਣੀਆਂ ਆ 1974 ਤੋਂ ਪਹਿਲਾਂ ਉਹਨਾਂ ਦੇ ਉੱਤੇ ਜਿਹੜਾ ਇਹ ਅਸਰ ਕਹਿੰਦੇ ਉਹ ਪਾਊਗਾ। ਮਮਦਾਨੀ ਨੇ ਇਸ ਵੋਟ ਨੂੰ ਹਿਸਟੋਰਿਕ ਵਿਕਟਰੀ, ਇਤਿਹਾਸਿਕ ਜਿੱਤ ਨਿਊਯਾਰਕ ਸਿਟੀ ਦੇ ਜਿਹੜੇ ਟੈਨੈਂਟਸ ਆ ਉਸ ਦੇ ਬਾਬਤ ਆਖਿਆ ਆ। ਅਗਲੀ ਖਬਰ ਵੱਲ ਚੱਲੀਏ ਤੇ ਕਹਿੰਦੇ ਵੀ ਦੁਨੀਆ ਦੀ ਇੱਕ ਬਹੁਤ ਹੀ ਖਤਰਨਾਕ ਜਿਹੜੀ ਬਿਮਾਰੀ ਆ ਮੀਸਲਸ, ਉਹਦਾ ਕੇਸ ਕੈਲੀਫੋਰਨੀਆ ਦੇ ਸਭ ਤੋਂ ਬਿਜ਼ੀ 에ਅਰਪੋਰਟ ਦੇ ਉੱਤੇ ਫੇਰ ਲੱਭਿਆ ਗਿਆ ਹੈਗਾ। ਇੱਕ ਜਿਹੜਾ ਟਰੈਵਲਰ ਸੀ ਉਹ ਇਨਫੈਕਟਡ ਸੀ, ਜੋ ਕਿ ਸਦਰਨ ਕੈਲੀਫੋਰਨੀਆ ਦਾ ਜਿਹੜਾ ਲਾਸ ਐਂਜਲਸ 에ਅਰਪੋਰਟ ਹੈਗਾ ਉੱਥੇ ਉਤਰਿਆ ਤੇ ਲਾਸ ਐਂਜਲਸ ਦੇ ਕਾਉਂਟੀ ਹੈਲਥ ਆਫੀਸ਼ੀਅਲਸ ਨੇ ਇਹ ਦੱਸਿਆ ਵੀ ਉਹ ਹੁਣ ਇਨਵੈਸਟੀਗੇਟ ਕਰ ਰਹੇ ਹੈਗੇ ਆ ਵੀ ਜਿਸ ਟਾਈਮ ਦੇ ਉੱਤੇ ਉਹਦੀ ਜਿਹੜੀ ਫਲਾਈਟ ਆਈ ਹੈਗੀ ਆ ਉਹਦੇ ਨਾਲ ਸੀਟ ਤੇ ਕੌਣ ਬੈਠੇ ਸੀ ਜਾਂ ਉਹਦੇ ਟੱਚ ਦੇ ਵਿੱਚ ਜਿਹੜੇ ਆ ਕਿਹੜੇ ਪੈਸੇਂਜਰਸ ਆਏ ਹੈਗੇ ਆ। ਕਹਿੰਦੇ ਵੀ ਗੇਟ 4 ਤੋਂ ਜਿਹੜਾ ਹਾਲੀਵੁੱਡ ਵਰਬੈਂਕ 에ਅਰਪੋਰਟ ਆ, ਸੌਰੀ ਲਾਸ ਐਂਜਲਸ 에ਅਰਪੋਰਟ ਨਹੀਂ, ਜਿਹੜਾ ਹਾਲੀਵੁੱਡ ਵਰਬੈਂਕ 에ਅਰਪੋਰਟ ਹੈਗਾ ਆ, ਉੱਥੇ ਜੂਨ 17 ਨੂੰ 8:45 AM ਤੋਂ ਲੈ ਕੇ 9:45 AM ਤੱਕ ਕਹਿੰਦੇ ਵੀ ਹੋ ਸਕਦਾ ਕੋਈ ਐਕਸਪੋਜ਼ ਹੋਇਆ ਹੋਵੇ। ਸੋ ਜਿਹੜਾ ਵੀ ਕੋਈ ਬੰਦਾ ਉਸ ਟਾਈਮ ਜਿਹੜਾ ਹਾਲੀਵੁੱਡ ਵਾਲਾ 에ਅਰਪੋਰਟ ਆ ਉੱਥੋਂ ਉਤਰਿਆ ਆ ਜਾਂ ਲੰਘਿਆ ਹੈਗਾ ਤੇ ਉਹਨਾਂ ਨੂੰ ਆਪਣਾ ਜਿਹੜਾ ਚੈੱਕ ਕਰਵਾਉਣਾ ਚਾਹੀਦਾ ਹੈਗਾ ਆ। ਸੋ ਜਿਹੜੇ ਕਹਿੰਦੇ ਇਨਫੈਕਟਡ ਟਰੈਵਲਰ ਸੀ, ਜੇ ਉਹਦੇ ਲਾਗੇ ਛਾਗੇ ਵੀ ਕੋਈ ਬੈਠਿਆ ਹੋਵੇ ਤੇ ਉਹਨਾਂ ਨੂੰ ਹੈਲਥ ਡਿਪਾਰਟਮੈਂਟ ਨੂੰ ਇਨਫੋਰਮ ਕਰਨਾ ਚਾਹੀਦਾ ਹੈਗਾ ਆ। ਜਿਹੜਾ ਐਕਸਪੋਜ਼ਰ ਆ ਇਸ ਤੋਂ ਬਾਅਦ ਉਹ ਥ੍ਰਿਫਟੀ ਰੈਂਟਲ ਕਾਰ ਸਰਵਿਸ ਤੇ ਵੀ ਗਿਆ 2627 ਨਾਰਥ ਹਾਲੀਵੁੱਡ ਵੇ ਵਰਬੈਂਕ ਦੇ ਵਿੱਚ, ਤੇ ਉੱਥੇ ਵੀ ਜਿਹੜਾ ਇਹ ਟਾਈਮ ਦੱਸਿਆ ਜਾ ਰਿਹਾ ਆ ਵੀ 9:20 ਤੋਂ ਲੈ ਕੇ 10:20 ਦੇ ਵਿੱਚ ਜੂਨ 17 ਨੂੰ ਤੇ ਜੂਨ 18 ਨੂੰ 10:25 AM ਤੋਂ ਲੈ ਕੇ 11:25 AM ਦੇ ਵਿੱਚ ਵੀ ਜੇ ਕੋਈ ਕੰਟੈਕਟ 'ਚ ਆਇਆ ਤੇ ਉਹਨਾਂ ਨੂੰ ਹੈਲਥ ਡਿਪਾਰਟਮੈਂਟ ਨੂੰ ਕੰਟੈਕਟ ਕਰਨਾ ਚਾਹੀਦਾ ਤਾਂ ਕਿ ਉਹ ਚੈੱਕਅਪ ਵਗੈਰਾ ਕਰਵਾ ਲੈਣ। ਤੁਹਾਨੂੰ ਯਾਦ ਹੋਊਗਾ ਅਸੀਂ ਪਿੱਛੇ ਜਿਹੇ ਇੱਕ ਖਬਰ ਸਾਂਝੀ ਕੀਤੀ ਸੀ, ਸੈਨ ਫਰਾਂਸਿਸਕੋ 에ਅਰਪੋਰਟ ਤੇ ਵੀ ਇਦਾਂ ਦੀ ਇਨਸੀਡੈਂਟ ਹੋਈ ਸੀ। ਉਹ ਤੋਂ ਬਾਅਦ ਉਹ ਬੰਦਾ ਸੈਨੋਜ਼ੇ ਵੀ ਆਇਆ। ਸੋ ਉੱਥੋਂ ਵੀ ਸਾਰੇ ਜਿਹੜੇ ਆ ਸਾਰੇ ਲੋਕਾਂ ਨੂੰ ਇਨਫੋਰਮ ਕੀਤਾ ਗਿਆ ਸੀ। ਸੋ ਮੀਸਲਸ ਦੇ ਜਿਹੜੇ ਕੇਸ ਆ ਬੜੇ ਖਤਰਨਾਕ ਇਸ ਟਾਈਮ ਦੇ ਉੱਤੇ ਦੇਖੇ ਜਾ ਰਹੇ ਹੈਗੇ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜੀ, ਕੈਲੀਫੋਰਨੀਆ ਦੇ ਵਿੱਚ ਜਿਹੜਾ ਵੈਲਥ ਟੈਕਸ ਦੀ ਫਾਈਟ ਆ ਕਹਿੰਦੇ ਵੀ ਉਹ ਵੋਟਰਸ ਦੇ ਕੋਲ ਹੁਣ ਪਹੁੰਚੇਗੀ। ਇਹ ਵੋਟਰਸ ਹੁਣ ਨਵੰਬਰ ਦੇ ਬੈਲਟ ਦੇ ਉੱਤੇ ਡਿਸਾਈਡ ਕਰਨਗੇ ਵੀ ਬਿਲੀਅਨਰਸ ਦੇ ਉੱਤੇ ਟੈਕਸ ਲਾਇਆ ਜਾਵੇ ਜਾਂ ਨਾ। ਇਸ ਨੂੰ ਬੈਲਟ ਦੇ ਉੱਤੇ ਨਾ ਪਹੁੰਚੇ, ਕਈ ਬਿਲੀਅਨਰਸ ਦੇ ਮਿਲੀਅਨਸ ਆਫ ਡਾਲਰ ਜਿਹੜੇ ਉਹ ਖਰਚੇ ਵੀ ਬੈਲਟ ਦੇ ਉੱਤੇ ਗੱਲ ਪਹੁੰਚੇ ਨਾ, ਪਰ ਆਮ ਲੋਕਾਂ ਨੇ ਜਿਹੜੀਆਂ ਜੂਨ ਦੇ ਵਿੱਚ ਹੋਈਆਂ ਵੋਟਾਂ ਦੇ ਵਿੱਚ ਕਹਿ ਲਓ ਜਾਂ ਜਦੋਂ ਸਾਈਨ ਮੁਹਿੰਮ ਕੈਂਪੇਨ ਜਿਹੜੀ ਚੱਲ ਰਹੀ ਸੀ, ਬਹੁਤੇ ਲੋਕਾਂ ਨੇ ਇਸ ਨੂੰ ਬੈਲਟ ਦੇ ਉੱਤੇ ਲਿਆਉਣ ਦੀ ਹਾਮੀ ਜਿਹੜੀ ਉਹ ਭਰੀ ਆ। ਸੋ ਕਹਿੰਦੇ ਵੀ ਇਹ ਕੈਂਪੇਨ ਜਿਹੜਾ ਉਹ ਚੱਲਿਆ ਆ, ਇਹਦੇ ਨਾਲ ਕਈ ਜਿਹੜੇ ਲੋਕ ਉਦਾਂ ਕਈ ਮਸਲਿਆਂ 'ਚ ਆਪਸ 'ਚ ਸਾਂਝੇ ਹੁੰਦੇ ਉਹਨੂੰ ਜੁੜੇ ਆ, ਉਹ ਵੀ ਇੱਕ ਦੂਜੇ ਦੇ ਸਾਹਮਣੇ ਜਿਹੜੇ ਉਹ ਹੋ ਗਏ ਆ। ਲੇਬਰ ਗਰੁੱਪ ਜਿਹੜੇ ਕਿ ਗੈਵਿਨ ਨਿਊਸਮ ਦੇ ਹੱਕ ਦੇ ਵਿੱਚ ਆ ਤੇ ਜਿਹੜੇ ਸਿਲੀਕਨ ਵੈਲੀ ਦੇ ਬਿਲੀਅਨਰ ਆ ਉਹ ਆਮੋ ਸਾਹਮਣੇ ਜਿਹੜੇ ਇਸ ਦੇ ਵਿੱਚ ਕਹਿੰਦੇ ਵੀ ਸਾਹਮਣੇ ਹੋਊਗੇ। ਜੇ ਨਵੰਬਰ ਦੇ ਬੈਲਟ ਦੇ ਵਿੱਚ ਇਹ ਪਾਸ ਹੋ ਜਾਂਦਾ ਆ ਤਾਂ ਇਹਦੇ ਨਾਲ ਇੱਕ ਵਾਰੀ 5% ਟੈਕਸ ਕੈਲੀਫੋਰਨੀਆ ਦੇ ਜਿਹੜੇ ਬਿਲੀਅਨਰਸ ਆ ਉਹਨਾਂ ਦੇ ਐਸੈਟਸ ਦੇ ਉੱਤੇ ਜਿਹੜਾ ਉਹ ਲੱਗੇਗਾ। ਤੇ ਹੁਣ
ਇਹ ਚੀਜ਼ ਜਿਹੜੀ ਆ ਉਹ ਬੈਲਟ ਦੇ ਉੱਤੇ ਪਹੁੰਚ ਗਈ ਹੈਗੀ ਆ। ਸਿਲੀਕਨ ਵੈਲੀ ਵਾਲੇ ਕਈ ਕਹਿ ਰਹੇ ਆ ਵੀ ਗੈਵਨ ਨਿਊਸਮ ਨੂੰ ਜਿਹੜੀ ਸਪੋਰਟ ਵੀ ਕਰਦੇ ਆ, ਉਹ ਕਹਿੰਦੇ ਵੀ ਗੈਵਨ ਨਿਊਸਮ ਇਸ ਬੈਲਟ ਮੈਜਰ ਨੂੰ ਰੋਕਣ ਦੇ ਵਿੱਚ ਨਾਕਾਮਯਾਬ ਜਿਹੜਾ ਹੋ ਰਿਹਾ ਆ। ਸੋ ਜਿਹੜੇ ਬਿਲੀਅਨਰ ਦੇ ਹੱਕ ਵਾਲੇ ਨਿਊਜ਼ਪੇਪਰ ਆ ਉਹ ਇਸ ਨੂੰ ਕੰਟਰੋਵਰਸ਼ੀਅਲ ਕਹਿ ਰਹੇ ਆ। ਦੂਜੇ ਜਿਹੜੇ ਲੋਕ ਆ ਉਹ ਕਹਿ ਰਹੇ ਆ ਵੀ ਇਹ ਵੈਲਥ ਟੈਕਸ ਬਣਦਾ ਸੀਗਾ ਇਹਨਾਂ ਦਾ ਜਿਹੜਾ ਉਹ ਦੇਣਾ। ਇਸ ਲਈ ਆਪਾਂ ਇਹ ਵੀ ਦੇਖ ਰਹੇ ਹਾਂ ਹਰਜੋਤ ਸਿੰਘ ਜੀ, ਜਿਹੜਾ ਐਕਸੋਡਸ ਵੀ ਹੋ ਰਿਹਾ ਨਾ ਕੈਲੀਫੋਰਨੀਆ ਦੇ ਵਿੱਚ, ਉਹ ਵੀ ਇੱਕ ਕਾਰਨ ਹੈਗਾ ਆ। ਬਿਲੀਅਨਰ ਕਹਿੰਦੇ ਵੀ ਸਾਨੂੰ ਕਿਤੇ ਮਾਇਆ ਨਾ ਦੇਣੀ ਪਵੇ, ਇਸ ਲਈ ਆਪਾਂ ਇੱਥੋਂ ਹਾਲ ਦੀ ਘੜੀ ਜਿਹੜੇ ਆ ਇਧਰੋਂ ਨਿਕਲ ਜਾਈਏ। ਬਰਨੀ ਸੈਂਡਰਸ, ਰੋ ਖੰਨਾ ਵਰਗੇ ਜਿਹੜੇ ਲੀਡਰਸ ਹੈਗੇ ਆ ਪ੍ਰੋਗਰੈਸਿਵ ਡੈਮੋਕ੍ਰੇਟ ਪਾਰਟੀ ਵਾਲੇ, ਉਹ ਇਸ ਦੇ ਹੱਕ ਦੇ ਵਿੱਚ ਖਾਸਾ ਜਿਹੜਾ ਉਹ ਬੋਲੇ ਆ। ਇੱਥੋਂ ਤੱਕ ਕਿ ਜਿਹੜਾ ਗਵਰਨਰ ਗੈਵਨ ਨਿਊਸਮ ਆ ਸਿਲੀਕਨ ਵੈਲੀ ਦਾ ਬਿਲੀਅਨਰ ਆ, ਉਹ ਇਸ ਦੇ ਉਲਟ ਜਿਹੜੇ ਉਹ ਸੀਗੇ। ਸੋ ਹੁਣ ਦੇਖਦੇ ਆ ਵੀ ਇਹਦੇ ਵਿੱਚ ਕੀ ਜਿਹੜਾ ਉਹ ਬਣਦਾ ਆ। ਜਿਹੜੇ ਤੇ ਇਸ ਟੈਕਸ ਦੇ ਹੱਕ ਵਾਲੇ ਆ ਉਹ ਆਰਗੂਮੈਂਟ ਕਹਿੰਦੇ ਆ ਵੀ ਵੈਲਥ ਇਨਇਕੁਐਲਿਟੀ ਬਹੁਤ ਜ਼ਿਆਦਾ ਆ ਤੇ ਇਸ ਨੂੰ ਐਡਰੈਸ ਕਰਨਾ ਚਾਹੀਦਾ ਆ, ਤੇ ਅਲਟਰਾ ਵੈਲਦੀ ਜਿਹੜੇ ਲੋਕ ਆ ਉਹ ਜਿਹੜੇ ਫੰਡਸ ਆ ਉਹ ਸੂਬੇ ਦੀਆਂ ਜਿਹੜੀਆਂ ਸਰਵਿਸਿਜ਼ ਆ ਜਿੱਦਾਂ ਹੈਲਥ ਕੇਅਰ ਤੇ ਹੋਰ ਸੇਵਾਵਾਂ ਆ ਉਹਨਾਂ ਦੇ ਵਿੱਚ ਲਾਉਣ। ਜਿਹੜੇ ਇਸ ਟੈਕਸ ਦੇ ਉਲਟ ਆ ਉਹ ਇਹ ਕਹਿੰਦੇ ਆ ਵੀ ਇਸ ਟੈਕਸ ਦੇ ਨਾਲ ਜਿਹੜੇ ਕੈਲੀਫੋਰਨੀਆ ਦੀ ਰੈਵਨਿਊ ਆ ਉਹ ਬਹੁਤ ਜ਼ਿਆਦਾ ਵੋਲੇਟਾਈਲ ਹੋ ਜਾਊਗੀ, ਬਿਜ਼ਨਸ ਕਲਾਈਮੇਟ ਦੇ ਉੱਤੇ ਬਹੁਤ ਜ਼ਿਆਦਾ ਅਸਰ ਪਊਗਾ, ਤੇ ਇਵੈਂਚੁਅਲੀ ਜਿਹੜੇ ਬਿਲੀਅਨਰਸ ਆ ਤੇ ਉਹ ਬਿਜ਼ਨਸ ਵਾਲੇ ਆ ਉਹ ਸੂਬੇ ਨੂੰ ਛੱਡ ਕੇ ਹੋਰ ਪਾਸੇ ਜਿਹੜੇ ਉਹ ਚਲੇ ਜਾਣਗੇ, ਜਿਹਦੇ ਨਾਲ ਇਵੈਂਚੁਅਲੀ ਲੌਂਗ ਟਰਮ ਸਕੂਲਸ ਨੂੰ, ਕਲੀਨਿਕਸ ਨੂੰ ਤੇ ਇਨਫਰਾਸਟ੍ਰਕਚਰ ਦੇ ਉੱਤੇ ਜ਼ਿਆਦਾ ਭੈੜਾ ਅਸਰ ਪਵੇਗਾ। ਸੋ ਹੁਣ ਪਰ ਖਬਰ ਸਾਂਝੀ ਕੀਤੀ ਸੀ ਜੋ ਸਾਬਕਾ CEO ਵਿਟਮੈਨ HP ਦੀ, ਉਹ ਵੀ ਛੱਡ ਕੇ ਜਾ ਰਹੀ ਹੈ, ਜੋ ਕਿ ਇੱਕ ਟਾਈਮ ਦੇ ਉੱਤੇ ਗਵਰਨਰ ਦੀ ਕੈਂਡੀਡੇਟ ਸੀ ਗਵਰਨਰ ਇਲੈਕਸ਼ਨ ਦੇ ਲਈ। ਸੋ ਬਹੁਤ ਸਾਰੇ ਬਿਲੀਅਨਰਸ ਇੱਥੋਂ ਛੱਡ ਕੇ ਜਾ ਚੁੱਕੇ ਆ। ਫੇਸਬੁੱਕ ਵਾਲਾ ਵੀ ਇੱਥੋਂ ਛੱਡ ਕੇ ਜਾ ਚੁੱਕਾ ਆ। ਜਿਹੜਾ ਲੈਰੀ ਐਲੀਸਨ ਆ ਔਰੇਕਲ ਵਾਲਾ, ਉਹ ਵੀ ਕੈਲੀਫੋਰਨੀਆ ਨੂੰ ਛੱਡ ਕੇ ਜਾ ਚੁੱਕਾ ਆ। ਟੈਸਲਾ ਵਾਲਾ ਵੀ ਤੁਹਾਨੂੰ ਪਤਾ ਹੀ ਆ ਵੀ ਇੱਥੋਂ ਭੱਜ ਗਿਆ, ਐਲੋਨ ਮਸਕ ਕੈਲੀਫੋਰਨੀਆ ਤੋਂ। ਅਗਲੀ ਖਬਰ 'ਤੇ ਚੱਲੀਏ। ਸਾਡੇ ਜਿਹੜਾ ਫ੍ਰਿਜ਼ਨੋ ਦਾ ਸਟੂਡੀਓ ਆ ਉਹਦੇ ਬਿਲਕੁਲ ਸਾਹਮਣੇ ਜਿਹੜੀਆਂ ਪਹਾੜੀਆਂ ਆ, ਉੱਥੇ ਕੱਲ ਰਾਤ ਪਹਾੜੀਆਂ ਦੇ ਉੱਤੇ ਜਿਹੜੀ ਅੱਗ ਲੱਗੀ 9 ਵਜੇ ਦੇ ਕਰੀਬ, ਤੇ ਕਾਫੀ ਵੱਡੀ ਅੱਗ ਸੀ, ਤੇ ਸਿਆਰਾ ਰੋਡ ਦੇ ਉੱਤੇ, ਤੇ ਕਾਫੀ ਹੈਲੀਕਾਪਟਰਸ ਇਸ ਅੱਗ ਨੂੰ ਬੁਝਾਉਣ ਦੇ ਵਿੱਚ ਲੱਗੇ, ਤੇ ਰਾਤ ਦੇ 11 ਕੁ ਵਜੇ ਤੱਕ ਜਿਹੜੀ ਆ ਉਹ ਅੱਗ ਬੁਝ ਗਈ ਸੀ। 10 ਏਕੜ ਜਿਹੜੇ ਆ ਸੜ ਕੇ ਸੁਆਹ ਹੋਏ। ਲੱਕਲੀ ਜਿਹੜਾ ਆ ਕਿਸੇ ਵੀ ਬਿਲਡਿੰਗ ਵਗੈਰਾ ਦਾ ਜਿਹੜਾ ਨੁਕਸਾਨ ਨਹੀਂ ਹੋਇਆ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਅਗਲਾ ਜਿਹੜਾ ਇੱਕ ਹੋਰ ਸੁਪਰੀਮ ਕੋਰਟ ਦਾ ਫੈਸਲਾ ਆਇਆ ਆ ਹਵਾਈ ਨੂੰ ਜਿਹੜਾ ਉਹ ਲੈ ਕੇ, ਗਨ ਕੈਰਿੰਗ ਇਨ ਪਬਲਿਕ, ਉਸ ਨੂੰ ਲੈ ਕੇ ਸੁਪਰੀਮ ਕੋਰਟ ਨੇ ਜਿਹੜੀ ਹਵਾਈ ਦੇ ਦੁਆਰਾ ਰੋਕ ਲਾਈ ਗਈ ਸੀ, ਜਿਹੜੇ ਲਾ ਅਬਾਈਡਿੰਗ ਗਨ ਓਨਰਸ ਆ ਜਿਨ੍ਹਾਂ ਕੋਲ ਲਾਇਸੈਂਸ ਹੋਲਡਰ ਆ ਵੀ ਉਹ ਗਨ ਕੈਰੀ ਨਹੀਂ ਕਰ ਸਕਦੇ ਪਬਲਿਕ 'ਚ, ਉਸ ਨੂੰ ਜਿਹੜਾ ਉਹ ਰੋਕ ਦਿੱਤਾ, ਉਸ ਨੂੰ ਸਟ੍ਰਾਈਕ ਡਾਊਨ ਕਰ ਦਿੱਤਾ ਆ। ਕੰਜ਼ਰਵੇਟਿਵ ਮੈਜੋਰਟੀ ਨੇ ਇਹ ਕਿਹਾ ਵੀ ਜਿਹੜਾ ਹਵਾਈ ਦਾ ਸਟੈਚੂ ਸੀਗਾ ਵੀ ਜਿਹਦੇ ਵਿੱਚ ਰਿਕਵਾਇਰ ਸੀਗਾ ਗਨ ਓਨਰਸ ਨੂੰ ਵੀ ਉਹ ਕੰਸੈਂਟ ਲੈਣ ਆਪਣਾ ਜਿਹੜਾ ਫਾਇਰ ਆਰਮ ਆ ਜੋ ਕੈਰੀ ਕਰ ਰਹੇ ਆ ਕਿਸੇ ਦੀ ਪ੍ਰਾਈਵੇਟ ਪ੍ਰਾਪਰਟੀ ਦੇ ਵਿੱਚ ਜਿਹੜਾ ਉਹ ਲੈ ਕੇ ਜਾਣ ਦੇ ਲਈ, ਜਿੱਦਾਂ ਬਿਜ਼ਨਸਿਸ ਹੁੰਦੇ ਆ ਜਾਂ ਕਿਸੇ ਦਾ ਘਰ ਹੋਵੇ। ਕਹਿੰਦੇ ਵੀ ਇਸ ਤਰੀਕੇ ਦੀ ਜਿਹੜੀ ਹਵਾਈ ਨੇ ਰੋਕ ਲਾਈ ਆ ਉਹਨਾਂ ਲੋਕਾਂ ਦੇ ਉੱਤੇ, ਇਹ ਸੈਕੰਡ ਅਮੈਂਡਮੈਂਟ ਜਿਹੜੀ ਆ ਉਸ ਨੂੰ ਵਾਇਲੇਟ ਕਰਦੀ ਹੈਗੀ ਆ। ਸੋ ਇਹ ਜਿਹੜਾ ਹੁਣ ਸੁਪਰੀਮ ਕੋਰਟ ਨੇ ਕਿਹਾ ਵੀ ਇਹ ਸੈਕੰਡ ਅਮੈਂਡਮੈਂਟ ਦੀ ਵਾਇਲੇਸ਼ਨ ਆ, ਤੇ ਇਸ ਲਈ ਜਿਹੜੀ ਹਵਾਈ ਨੇ ਲਿਮਿਟ ਲਾਈ ਆ ਗਨ ਕੈਰਿੰਗ ਦੀ ਪਬਲਿਕ ਦੇ ਵਿੱਚ, ਉਸ ਨੂੰ ਉਹ ਲਿਮਿਟ ਨੂੰ ਰੋਕ ਰਹੇ ਹੈਗੇ ਆ। ਇਹ ਵੀ 6-3 ਦੇ ਨਾਲ ਹੀ ਫੈਸਲਾ ਆਇਆ। ਆਈਡੀਓਲੋਜੀਕਲ ਸਪਲਿਟ ਜਿਹੜਾ ਆਪਾਂ ਨੂੰ ਦੇਖਣ ਨੂੰ ਮਿਲਿਆ ਸੁਪਰੀਮ ਕੋਰਟ ਦੇ ਵਿੱਚ। ਡਿਸੈਂਟ ਜਿਹੜਾ ਉਹ ਲਿਖਿਆ ਜਸਟਿਸ ਕੇਤਨ ਜੀ ਬਰਾਊਨ ਤੇ ਜਿਹੜੇ ਸੋਨੀਆ ਸੋਟੋਮੇਯਰ, ਉਹਨਾਂ ਨੇ ਆਰਗਿਊ ਕੀਤਾ ਵੀ ਪ੍ਰੋਪਰਟੀ ਓਨਰ ਜਿਹੜਾ ਆ ਉਸ ਤੇ ਰਾਈਟ ਡਿਕਟੇਟ ਕਰਦੇ ਆ ਵੀ ਉਹਦੇ ਪ੍ਰੈਮਿਸਿਸ ਦੇ ਉੱਤੇ, ਉਸ ਦੇ ਘਰ ਦੇ ਵਿੱਚ, ਉਸ ਦੇ ਬਿਜ਼ਨਸ ਦੇ ਵਿੱਚ, ਉਸ ਦੀ ਪ੍ਰਾਈਵੇਟ ਪ੍ਰਾਪਰਟੀ ਤੇ ਕੀ ਹੋਵੇ ਤੇ ਕੀ ਨਾ ਹੋਵੇ, ਤੇ ਕਹਿੰਦੇ ਵੀ ਉਹ ਗਨ ਰਾਈਟਸ ਤੋਂ ਉੱਤੇ ਆਉਂਦੇ ਆ। ਸੋ ਕਹਿੰਦੇ ਵੀ ਕੋਈ ਕਨਸਟੀਟਿਊਸ਼ਨਲ ਰਾਈਟ ਨਹੀਂ ਹੈਗਾ ਵੀ ਕਿਸੇ ਦੀ ਪ੍ਰਾਈਵੇਟ ਪ੍ਰਾਪਰਟੀ ਦੇ ਵਿੱਚ ਤੁਸੀਂ ਵੈਪਨ ਲੈ ਕੇ ਪਰ ਵਿਦਆਊਟ ਉਹਦੀ ਪਰਮਿਸ਼ਨ ਤੁਸੀਂ ਐਂਟਰ ਜਿਹੜਾ ਉਹ ਕਰੋ। ਹੁਣ ਇਹ ਨਾ ਹੋਵੇ ਹਰਜੋਤ ਸਿੰਘ ਜੀ ਵੀ ਕੱਲ ਨੂੰ ਜਦੋਂ ਚੋਰ ਚੱਕੇ ਕਿਸੇ ਦੇ ਘਰ ਦੇ ਵਿੱਚ ਬੰਦੂਕ ਲੈ ਕੇ ਜਾਣ ਤਾਂ ਅੱਗੋਂ ਇਹ ਜਿਹੜਾ ਚੋਰ ਚੱਕਾ ਕਵੇ ਵੀ ਮੈਨੂੰ ਤਾਂ ਭਾਈ ਸੁਪਰੀਮ ਕੋਰਟ ਨੇ ਹੁਣ ਇਜਾਜ਼ਤ ਦੇਤੀ ਆ, ਮੈਂ ਕਿਸੇ ਦੇ ਘਰ ਦੇ ਵਿੱਚ ਵੀ ਜਾਂ ਕਿਤੇ ਵੀ ਲੈ ਕੇ ਜਿਹੜਾ ਉਹ ਜਾ ਸਕਦਾ ਆ।
ਚੋਰ ਚੱਕਾ ਦੇ ਕੋਲ ਯੂਜੂਅਲੀ ਲਾਇਸੈਂਸ ਤਾਂ ਨਹੀਂ ਹੁੰਦਾ, ਬਟ ਯੂ ਨੈਵਰ ਨੋ, ਕਿਸੇ ਦੀ ਕੋਈ ਕਿਸੇ ਦੇ ਨਾਲ ਕਹਿ ਲਓ ਵੀ ਕੁੰਡੀਆਂ ਵਾਲੇ ਸਿੰਘ ਫਸੇ ਆ ਤੇ ਇੱਕ ਦੂਜੇ ਨੂੰ ਹਾਰਮ ਕਰਨ ਦੇ ਲਈ ਕੋਈ ਇਦਾਂ ਦਾ ਕੰਮ ਜਿਹੜਾ ਉਹ ਕਰਨ ਲੱਗ ਜੇ, ਬਾਅਦ ਦੇ ਵਿੱਚ ਸੁਪਰੀਮ ਕੋਰਟ ਦੇ ਇਸ ਫੈਸਲੇ ਨੂੰ ਇਨਵੋਕ ਕਰ ਲਵੇ ਵੀ ਮੈਂ ਤਾਂ ਕੁਝ ਗਲਤ ਨਹੀਂ ਕੀਤਾ। ਸੋ ਇਹ ਹੁਣ ਖਾਸਾ ਜਿਹੜਾ ਰੌਲਾ ਪੈ ਸਕਦਾ ਆ, ਪਰ ਹਾਲ ਦੀ ਘੜੀ ਸੁਪਰੀਮ ਕੋਰਟ ਨੇ ਹੁਣ ਇਸ ਤੋਂ ਉੱਤੇ ਤਾਂ ਕੋਈ ਅਦਾਲਤ ਹੈ ਨਹੀਂ। ਹਵਾਈ ਦਾ ਜਿਹੜਾ ਇਹ ਬੈਨ ਸੀਗਾ ਗਨ ਕੈਰੀ ਕਰਨ ਦਾ ਪਬਲਿਕ ਦੇ ਵਿੱਚ, ਉਹ ਜਿਹੜੀਆਂ ਲਿਮਿਟਸ ਆ ਉਸ ਨੂੰ ਇਹਨਾਂ ਨੇ ਹੁਣ ਹਟਾ ਦਿੱਤਾ ਹੈਗਾ। ਕੁਝ ਕੁ ਲੋਕਲ ਖਬਰਾਂ ਕਰ ਲੈਣੇ, ਈਵਨ ਦੋ ਸਾਡਾ ਸਮਾਂ ਸਮਾਪਤ ਹੋ ਚੱਲਾ। ਲੋਕਲ ਸ਼ਹਿਰਾਂ ਦੇ ਵਿੱਚ ਕੀ ਕੁਝ ਵਾਪਰਿਆ, ਟ੍ਰੇਸੀ ਦੀ ਜੇ ਗੱਲ ਕਰਦੇ ਜਾਈਏ, ਸਨਮਾਈਕੇਨ ਕਾਉਂਟੀ ਦੀ ਪਿਛਲੇ ਹਫ਼ਤੇ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਜਿਹੜੀ ਕਰਨ ਕਾਉਂਟੀ ਆ, ਬੇਕਰਸਫੀਲਡ ਤੇ ਸਨਮਾਈਕੇਨ ਕਾਉਂਟੀ ਦੇ ਵਿੱਚ ਪੁਲਿਸ ਵਾਲਿਆਂ ਨੇ ਟਿਕਟਾਂ ਦੇਣੀਆਂ ਹੈਗੀਆਂ ਆ। ਉਹਨਾਂ ਨੇ ਸੈਚੂਰੇਸ਼ਨ ਟ੍ਰੈਫਿਕ ਐਨਫੋਰਸਮੈਂਟ ਪ੍ਰੋਗਰਾਮ ਜਿਹੜਾ ਲਾਣਾ ਆ, ਤੇ ਉਹ ਪ੍ਰੋਗਰਾਮ ਉਹਨਾਂ ਨੇ 24 ਜੂਨ ਨੂੰ ਟ੍ਰੇਸੀ ਜੋ ਸਨਮਾਈਕੇਨ ਕਾਉਂਟੀ ਵਾਲਾ ਏਰੀਆ ਆ ਇੱਥੇ ਲਾਇਆ ਵੀ, ਤੇ 222 ਜਿਹੜੀਆਂ ਟ੍ਰੈਫਿਕ ਐਨਫੋਰਸਮੈਂਟ ਸਟਾਪਸ ਦੀਆਂ ਜਿਹੜੀਆਂ ਟਿਕਟਾਂ ਦਿੱਤੀਆਂ। 222 ਟ੍ਰੈਫਿਕ ਐਨਫੋਰਸਮੈਂਟ ਸਟਾਪ ਕੀਤੇ, ਜਿਹਦੇ ਚੋਂ 208 ਸਾਈਟੇਸ਼ਨਸ ਮੂਵਿੰਗ ਤੇ ਇਕਵਿਪਮੈਂਟ ਵਾਇਲੇਸ਼ਨ ਦੀਆਂ ਦਿੱਤੀਆਂ, ਜਿਨ੍ਹਾਂ 'ਚ ਟਰੱਕਾਂ ਵਾਲੇ ਵੀ ਸੀ, ਆਮ ਵੀ ਜਿਹੜੇ ਕਾਰਾਂ ਵਾਲੇ ਵੀ ਸੀ। 3 ਡਰਾਈਵਰਸ ਨੂੰ ਉਹਨਾਂ ਨੇ ਸਾਈਟ ਕੀਤਾ ਜਿਹੜੇ ਬਿਨਾਂ ਲਾਇਸੈਂਸ ਤੋਂ ਡਰਾਈਵ ਕਰ ਰਹੇ ਸੀ। ਇੱਕ ਡਰਾਈਵਰ ਨੂੰ ਸਸਪੈਂਡਡ ਲਾਇਸੈਂਸ ਦੇ ਉੱਤੇ ਜੋ ਡਰਾਈਵ ਕਰ ਰਿਹਾ ਸੀ ਉਹਨੂੰ ਜਿਹੜਾ ਸਾਈਟੇਸ਼ਨ ਦਿੱਤੀ। 4 ਕਾਰਾਂ ਜਿਹੜੀਆਂ ਆ ਉਹਨਾਂ ਨੂੰ ਟੋ ਵੀ ਕੀਤਾ ਗਿਆ, ਜਿਨ੍ਹਾਂ ਦੀ ਰਜਿਸਟ੍ਰੇਸ਼ਨ ਐਕਸਪਾਇਰਡ ਸੀਗੀ ਤੇ ਹੋਰ ਵਾਇਲੇਸ਼ਨ। ਸੋ ਇਹ ਧਿਆਨ ਰੱਖਿਆ ਕਰੋ, ਜਿਹੜੀ ਰਜਿਸਟ੍ਰੇਸ਼ਨ ਆ ਮੇਕ ਸ਼ੋਰ ਕਰੋ ਵੀ ਤੁਹਾਡੀ ਜਿਹੜੀ ਅਪ ਟੂ ਡੇਟ ਹੋਵੇ। ਸੋ ਇਹਦੇ ਵਿੱਚ ਸਿਟੀ ਆਫ ਲੈਥਰੋਪ ਦੀ ਪੁਲਿਸ ਡਿਪਾਰਟਮੈਂਟ, ਮੰਟੀਕਾ ਦੀ ਪੁਲਿਸ ਡਿਪਾਰਟਮੈਂਟ, ਸਟਾਕਟਨ ਪੁਲਿਸ ਡਿਪਾਰਟਮੈਂਟ, ਰਿਪਨ, ਲੋਡਾਈ, ਸਨਮਾਈਕੇਨ ਕਾਉਂਟੀ ਸ਼ੈਰਿਫ ਆਫਿਸ ਤੇ ਕੈਲੀਫੋਰਨੀਆ ਹਾਈਵੇ ਪੈਟਰੋਲ, ਇਹ ਸਾਰੀਆਂ ਏਜੰਸੀਆਂ ਨੇ ਰਲ ਕੇ ਜਿਹੜਾ ਆ ਜੂਨ 24 ਨੂੰ ਇਹ ਜਿਹੜੀ ਕੀਤਾ ਸੀ ਟਿਕਟਾਂ ਦੇਣ ਦਾ, ਤੇ 208 ਜਿਹੜੀਆਂ ਸਾਈਟੇਸ਼ਨਸ ਆ ਉਹ ਇਸ਼ੂ ਕੀਤੀਆਂ ਜੀ। ਤੇ ਹਰਜੋਤ ਸਿੰਘ ਜੀ, ਸਮਾਂ ਪ੍ਰੋਗਰਾਮ ਦਾ ਸਮਾਪਤਾ, ਜਾਂਦੇ ਜਾਂਦੇ ਮਾਰਕੀਟਸ ਦੀ ਜਿਹੜੀ ਗੱਲ ਆ ਉਹ ਆਪਾਂ ਕਰਦੇ ਜਾਈਏ ਤਾਂ ਡਾਊ ਜੋਨ ਅੱਜ 72 ਪੁਆਇੰਟ ਵੱਧ ਕੇ 51,921, S&P 1 ਪੁਆਇੰਟ ਘਟ ਕੇ 7357, ਨੈਸਡੈਕ 118 ਪੁਆਇੰਟ ਘਟ ਕੇ 25,379 ਜਿਹੜਾ ਜੀ 58 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ 4,033 ਪ੍ਰਤੀ ਟਰੋਏ ਆਉਂਸ, ਕੱਚੇ ਤੇਲ ਦੀ ਕੀਮਤ $72 ਪ੍ਰਤੀ ਬੈਰਲ, 10 year yield 4.4%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 59,579 ਦੇ ਉੱਤੇ ਬੰਦ ਹੋਇਆ। ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਕੈਨੇਡਾ ਦੇ $1 ਤੇ 42 ਸੈਂਟ ਰਹੇ ਆ, ਪਾਕਿਸਤਾਨ ਦੇ 274 ਰੁਪਏ ਤੇ 56 ਪੈਸੇ, ਇੰਡੀਆ ਦੇ 94 ਰੁਪਏ ਤੇ 58 ਪੈਸੇ ਜੀ। ਤੇ ਆਪਣੇ ਜਿਹੜੇ ਸਰੋਤਿਆਂ ਦਰਸ਼ਕਾਂ ਨੂੰ ਦੱਸਦੇ ਜਾਈਏ ਵੀ ਇੱਕ ਬਹੁਤ ਹੀ ਜਲਦ ਖਾਸ ਇੰਟਰਵਿਊ ਪਾਕਿਸਤਾਨ ਦੇ ਜਿਹੜਾ ਜ਼ਿਆਉਲ ਹੱਕ ਆ ਉਸ ਦੇ ਬੇਟੇ ਦੇ ਨਾਲ, ਉਸ ਦੇ ਮੁੰਡੇ ਦੇ ਨਾਲ, ਜਿਹੜਾ ਕਿ ਉੱਥੇ ਦੀ ਇੱਕ ਅਹਿਮ ਪਾਰਟੀ ਦਾ ਲੀਡਰ ਵੀ ਹੈਗਾ ਆ, ਮੇਨ ਉਹ ਕਰਤਾ ਧਰਤਾ ਆ, ਉਸ ਨੇ ਸਿੱਖਾਂ ਦੇ ਬਾਰੇ, ਪੁਰਾਣੇ ਜਿਹੜੇ ਸਮੇਂ ਦੇ ਬਾਰੇ ਤੇ ਪਾਕਿਸਤਾਨ ਦੀਆਂ ਹੋਰ ਜਿਹੜੀਆਂ ਗੱਲਾਂ ਜਿਹੜੀਆਂ ਹੋਈਆਂ ਉਸ ਬਾਰੇ ਬਹੁਤ ਹੀ ਜਲਦ ਜਿਹੜੀ ਇੱਕ ਇੰਟਰਵਿਊ ਤੁਹਾਡੇ ਲਈ ਪੇਸ਼ ਜਿਹੜੀ ਉਹ ਕੀਤੀ ਜਾਊਗੀ। 1984 ਦੇ ਵਿੱਚ ਜਦੋਂ ਸਿੱਖਾਂ ਦੇ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਹੋਇਆ, ਉਸ ਬਾਬਤ ਉਹਦੇ ਪਿਓ ਜ਼ਿਆਉਲ ਹੱਕ ਦਾ ਉਸ ਟਾਈਮ ਕੀ ਕਹਿਣਾ ਸੀ, ਕੀ ਹੋਇਆ ਤੇ ਬਾਅਦ 'ਚ ਕੀ ਕੁਛ ਹੋ ਰਿਹਾ, ਜੋ ਪਾਕਿਸਤਾਨ ਦੇ ਵਿੱਚ ਇਸ ਮੌਕੇ ਸਿੱਖਾਂ ਦੇ ਜਿਹੜੇ ਲੀਡਰ ਆ ਉਹਨਾਂ ਦੀ ਕਤਲੋਗਾਰਤ ਹੋਈ ਆ, ਉਸ ਨੂੰ ਲੈ ਕੇ ਵੀ ਉਸ ਦੀ ਕੁਛ ਗੱਲਾਂ ਬਾਤਾਂ ਇਸ ਦੇ ਵਿੱਚ ਹੋਣਗੀਆਂ। ਸੋ ਬਹੁਤ ਹੀ ਜਲਦ ਤੁਹਾਡੇ ਲਈ ਆਪਾਂ ਉਹ ਅਨਾਉਂਸ ਕਰਾਂਗੇ ਵੀ ਕਦੋਂ ਉਹ ਜਿਹੜੀ ਇੰਟਰਵਿਊ ਆਉਣੀ ਆ, ਉਹ ਸੁਣਨੀ ਜਿਹੜੀ ਉਹ ਨਾ ਭੁੱਲਣਾ। ਤੇ ਆਪਾਂ ਰਾਜਕਨਵੀਰ ਸਿੰਘ ਜੀ ਜਿਹੜੀ ਸਪੋਰਟਸ ਮਿਸ ਕਰ ਗਏ ਆ ਫੀਫਾ ਦਾ, ਜੇ ਆਪਾਂ ਸਰੋਤਿਆਂ ਨੂੰ ਅਪਡੇਟ ਕਰ ਬਿਲਕੁਲ ਬਿਲਕੁਲ ਨੇ, ਥੈਂਕ ਯੂ ਹਰਜੋਤ ਸਿੰਘ ਜੀ। ਤੇ ਉਹ ਆਪਾਂ ਜਿਹੜਾ ਜ਼ਰੂਰ ਅਪਡੇਟ ਜੇ ਸਾਰੇ ਹੀ ਚੀਜ਼ਾਂ ਨੂੰ ਜਿਹੜਾ ਉਹ ਦੱਸਦੇ ਜਾਈਏ। ਜਿਹੜੇ ਮੈਚਸ ਅੱਜ ਜਿਹੜੇ ਹਰਜੋਤ ਸਿੰਘ ਜੀ ਹੋਏ ਆ, ਉਸ ਦੇ ਵਿੱਚ ਅੱਜ ਜਰਮਨੀ ਨੂੰ ਹਾਰ ਹੋਈ ਆ। ਕਹਿ ਸਕਦੇ ਹਾਂ ਵੀ ਉਹ ਵਨ ਆਫ ਦਾ ਬਿਗੇਸਟ ਅਪਸੈਟ ਦੇ ਤੌਰ ਦੇ ਉੱਤੇ ਦੇਖਿਆ ਜਾ ਸਕਦਾ। ਇਕਵਾਡੋਰ ਨੇ ਜਰਮਨੀ ਨੂੰ 2-1 ਦੇ ਨਾਲ ਹਰਾਇਆ। ਕਰੋਕਾਓ ਜਿਹੜੇ ਕਿ ਪਹਿਲੀ ਵਾਰੀ ਪਹੁੰਚੇ ਸੀ, ਉਹਨਾਂ ਨੂੰ ਅੱਜ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਹ ਟੂਰਨਾਮੈਂਟ ਤੋਂ ਬਾਹਰ ਹੋਏ। ਆਈਵਰੀ ਕੋਸਟ ਨੇ 2-0 ਦੇ ਨਾਲ ਉਹਨਾਂ ਨੂੰ ਜਿਹੜਾ ਉਹ ਅੱਜ ਹਰਾ ਜਿਹੜਾ ਉਹ ਦਿੱਤਾ ਆ। ਉਧਰ ਨੀਦਰਲੈਂਡ ਨੇ ਤੁਨੀਸ਼ੀਆ ਨੂੰ 3-1 ਦੇ ਨਾਲ ਜਿਹੜਾ ਉਹ ਹਰਾਇਆ ਤੇ ਜਾਪਾਨ ਤੇ ਸਵੀਡਨ ਦਾ ਜਿਹੜਾ ਮੈਚ ਆ ਉਹ 1-1 ਦੇ ਉੱਤੇ ਬਰਾਬਰ ਜਿਹੜਾ ਉਹ ਰਿਹਾ ਹੈਗਾ ਆ।
ਕੱਲ ਜਿਹੜੇ ਹੋਏ ਮੈਚਸ ਦੇ ਵਿੱਚ ਮੈਕਸੀਕੋ ਨੇ ਆਪਣੇ ਤਿੰਨੋਂ ਮੈਚ ਜਿਹੜੇ ਉਹ ਜਿੱਤ ਕੇ ਅੱਜ ਜਿਹੜਾ ਲਾਸਟ ਮੈਚ ਸੀ ਕੱਲ ਉਹ ਵੀ 3-0 ਦੇ ਨਾਲ ਜਿੱਤਿਆ ਚੈਕੀਆ ਨੂੰ ਹਰਾ ਕੇ। ਉਹ ਅੱਗੇ ਜਿਹੜਾ ਪਹੁੰਚ ਗਏ ਆ। ਸਾਊਥ ਅਫਰੀਕਾ ਨੇ ਸਾਊਥ ਕੋਰੀਆ ਨੂੰ 1-0 ਦੇ ਨਾਲ ਜਿਹੜਾ ਉਹ ਹਰਾਇਆ। ਬ੍ਰਾਜ਼ੀਲ ਨੇ ਸਕਾਟਲੈਂਡ ਨੂੰ 3-0 ਦੇ ਨਾਲ ਕੱਲ ਹਰਾਇਆ। ਮੋਰੋਕੋ ਨੇ ਹੇਤੀ ਨੂੰ 4-2 ਦੇ ਨਾਲ ਜਿਹੜਾ ਉਹ ਹਰਾਇਆ। ਕਤਰ ਤੇ ਬੋਸਨੀਆ ਦੇ ਦਰਮਿਆਨ ਜਿਹੜਾ ਮੈਚ ਆ ਉਹ ਬੋਸਨੀਆ ਨੇ 3-1 ਨਾਲ ਜਿੱਤਿਆ ਤੇ ਸਵਿਟਜ਼ਰਲੈਂਡ ਨੇ ਕੈਨੇਡਾ ਨੂੰ 2-1 ਦੇ ਨਾਲ ਹਰਾਇਆ। ਪਰ ਕੈਨੇਡਾ ਫਿਰ ਵੀ ਅਗਲੇ ਰਾਊਂਡ ਦੇ ਵਿੱਚ ਜਿਹੜਾ ਉਹ ਪਹੁੰਚ ਚੁੱਕਾ ਹੈਗਾ ਆ। ਸੋ ਨੌਕਆਊਟ ਸਟੇਜ ਦੇ ਲਈ ਦਿਨ ਬ ਦਿਨ ਜਿਹੜਾ ਹਰਜੋਤ ਸਿੰਘ ਜੀ ਪਤਾ ਲੱਗਦਾ ਜਿਹੜਾ ਉਹ ਜਾ ਰਹੀ ਆ। ਪਹਿਲੀਆਂ ਟੌਪ 2 ਟੀਮਾਂ ਤਾਂ ਸਾਰੇ ਪਾਸਿਓਂ ਜਿਹੜੀਆਂ ਉਹ ਜਾਣਗੀਆਂ ਤੇ ਤੀਜੇ ਨੰਬਰ ਤੇ ਰਹੀਆਂ 12 ਟੀਮਾਂ ਚੋਂ 8 ਟੀਮਾਂ ਅਗਲੇ ਜਿਹੜੇ ਰਾਊਂਡ ਆਫ 32 ਦੇ ਵਿੱਚ ਜਿਹੜੀਆਂ ਹੋਣਗੀਆਂ। ਤੇ ਅੱਜ ਜਿਹੜਾ ਹਰਜੋਤ ਸਿੰਘ ਜੀ ਹੋਰ ਵੀ ਜਿਹੜੇ ਮੈਚਸ ਆ ਉਹ ਖੇਡੇ ਜਿਹੜੇ ਉਹ ਜਾਣੇ ਆ, ਜਿਸ ਦੇ ਵਿੱਚ USA ਦਾ ਅੱਜ ਮੈਚ ਟਰਕੀ ਦੇ ਨਾਲ 7 ਵਜੇ ਤੇ ਆਸਟ੍ਰੇਲੀਆ ਦਾ ਮੈਚ ਪੈਰਾਗੁਏ ਦੇ ਨਾਲ 7 ਵਜੇ। ਦੋਨੋਂ ਹੀ ਮੈਚ ਇੱਕੋ ਟਾਈਮ ਦੇ ਉੱਤੇ ਖੇਡੇ ਜਾਣੇ ਆ। ਸੋ ਗਰੁੱਪ ਡੀ ਦਾ ਵੀ ਫੈਸਲਾ ਜਿਹੜਾ ਉਹ ਅੱਜ ਇਸ ਦੇ ਵਿੱਚ ਹੋ ਜਾਵੇਗਾ। ਸੋ ਇਹਨਾਂ ਮੈਚਾਂ ਦੇ ਵਿੱਚ ਬਹੁਤ ਨਵੀਆਂ ਗੱਲਾਂ ਵੀ ਦੇਖਣ ਨੂੰ ਮਿਲ ਰਹੀਆਂ ਹੈਗੀਆਂ। ਜਾਪਾਨ ਤਾਂ ਜਿਹੜਾ ਜਾਪਾਨ ਦਾ ਵੀ ਅੱਜ ਸਵੀਡਨ ਨਾਲ ਮੁਕਾਬਲਾ ਸੀ, 1-1 ਗੋਲ ਬਰਾਬਰ ਆ। ਜਾਪਾਨ ਦਾ ਜਿੱਥੇ ਵੀ ਮੈਚ ਹੁੰਦਾ ਆ ਸੋ ਜਾਪਾਨੀ ਲੋਕ ਜਿਹੜੇ ਹਜ਼ਾਰਾਂ ਦੀ ਗਿਣਤੀ 'ਚ ਦੇਖਣ ਗਏ ਹੁੰਦੇ ਆ ਉਹ ਮੈਚ ਤੋਂ ਬਾਅਦ ਪੂਰਾ ਗਰਬੇਜ ਜਿਹੜਾ ਸਟੇਡੀਅਮ ਤੋਂ ਚੱਕਦੇ ਆ। ਜਿਹੜੇ ਮਰਜ਼ੀ ਸਟੇਡੀਅਮ 'ਚ ਹੋਵੇ ਪੂਰੀ ਤਰ੍ਹਾਂ ਉਹ ਜਿਹੜੇ ਸਾਫ ਸੁਥਰਾ ਹੈਲਪ ਕਰਕੇ ਜਾਂਦੇ ਆ ਪੂਰੀ। ਸੋ ਇਹ ਪਹਿਲੀ ਵਾਰੀ ਹੋ ਰਿਹਾ। ਵੈਸੇ ਤਾਂ ਇਹ ਜਾਪਾਨ ਵਾਲਿਆਂ ਦਾ ਰੂਲ ਹੀ ਆ, ਪਰ ਅਮਰੀਕਾ ਦੇ ਵਿੱਚ ਲੋਕ ਬਹੁਤ ਹੈਰਾਨ ਹੋ ਰਿਹਾ ਵੀ ਦੇਖੋ ਜਿਹੜੇ ਦੇਖਣ ਵੀ ਆਏ ਆ ਇਨਕਲੂਡਿੰਗ ਪਲੇਅਰਸ, ਉਹ ਉੱਥੋਂ ਜਿੰਨਾ ਵੀ ਗੰਦ ਪਿਆ ਹੁੰਦਾ ਆ ਤੇ ਉਹ ਉਸ ਨੂੰ ਸਫਾਈ ਕਰਦੇ ਹੈਗੇ। ਜੀ ਬਿਲਕੁਲ। ਤੇ ਜਿਹੜੇ ਯੂਰਪ ਵਾਲੇ ਆ ਉਹ ਆ ਕੇ ਇੱਥੇ ਕਹਿੰਦੇ ਬਾਰਜ਼ ਤੇ ਰੈਸਟੋਰੈਂਟਸ ਦੇ ਉੱਤੇ ਟਿਪ ਨਹੀਂ ਕਰ ਰਹੇ ਤੇ ਉਹ ਕਹਿੰਦੇ ਯਾਰ ਉਹ ਅੱਗੋਂ ਕਹਿ ਰਹੇ ਆ ਵੀ ਜਿਹੜੇ ਓਨਰ ਆ ਉਹ ਤੁਹਾਨੂੰ ਲਿਵਿੰਗ ਵੇਜ ਕਿਉਂ ਨਹੀਂ ਦਿੰਦੇ, ਟਿਪ ਕਰਨੀ ਕੋਈ ਜ਼ਰੂਰੀ ਥੋੜੀ ਆ। ਉਹਨਾਂ ਦੇ ਉੱਥੇ ਉਹ ਕਲਚਰ ਨਹੀਂ ਹੈ। ਇੱਥੇ ਬਹੁਤ ਜ਼ੋਰ ਦੇ ਨਾਲ ਆਖਿਆ ਜਾਂਦਾ ਨਹੀਂ ਭਾਈ ਟਿਪ ਕਰੋ ਨਹੀਂ ਤੇ ਇਹਨਾਂ ਦਾ ਸਰਦਾ ਨਹੀਂ। ਉਹ ਕਹਿੰਦੇ ਆ ਵੀ ਨਹੀਂ ਤੁਸੀਂ ਭਾਈ ਉਹਨਾਂ ਨੂੰ ਪਹਿਲਾਂ ਹੀ ਤਨਖਾਹ ਉਨੀ ਦਿਓ ਵੀ ਉਹਨਾਂ ਨੂੰ ਟਿਪ ਦੇ ਉੱਤੇ ਗੁਜ਼ਾਰਾ ਜਿਹੜਾ ਉਹ ਨਾ ਕਰਨਾ ਜਿਹੜਾ ਪਵੇ। ਉਹਦੇ ਕਰਕੇ 20-30% ਸਮਾਨ ਮਹਿੰਗਾ ਕਰੀ ਜਾਂਦੇ ਆ ਤੇ ਉਹ ਅੱਗੋਂ ਪੁੱਛਦੇ ਆ ਸਮਾਨ ਤਾਂ ਮਹਿੰਗਾ ਕਰ ਲਿਆ ਪਰ ਤਨਖਾਹ ਉਹਨਾਂ ਦੀ ਵਧਾਉਗੇ ਕਿ ਨਹੀਂ। ਇਹ ਵੀ ਜਿਹੜੀ ਉਹ ਚਰਚਾ ਨਾਲ ਦੇ ਨਾਲ ਜਿਹੜੀ ਉਹ ਚੱਲ ਰਹੀ ਹੈਗੀ ਆ। ਤੇ ਹੁਣ ਲੈਂਦੇ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।